ਜੇਕਰ ਮੈਨੂੰ ਇੱਕ ਤ੍ਰਿਭੁਜ ਦੇ ਦਿੱਤੀ ਜਾਵੇ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਅਤੇ ਮੈਨੂੰ ਪੁੱਛਿਆ ਜਾਵੇ ਕਿ ਇਸ ਦੀ ਇਸ ਭੁਜਾ BC ਦਾ ਮੱਧ ਬਿੰਦੂ ਕਿਹੜਾ ਹੈ। ਹੁਣ ਇਸ ਨੂੰ ਪਤਾ ਕਰਨ ਦੇ ਕਈ ਤਰੀਕੇ ਹੋ ਸਕਦੇ ਹਨ। ਜਿਵੇਂ ਇੱਕ ਤਰੀਕਾ ਹੋ ਸਕਦਾ ਹੈ ਕਿ ਮੈਂ ਪੇਪਰ ਲਵਾਂ ਅਤੇ ਉਸ ਨੂੰ ਫੋਲਡ ਕਰਕੇ ਇਸ ਭੁਜਾ BC ਦਾ ਮੱਧ ਬਿੰਦੂ ਪਤਾ ਕਰ ਲਵਾਂ। ਜਾਂ ਦੂਜਾ ਤਰੀਕਾ ਹੋ ਸਕਦਾ ਹੈ ਕਿ ਮੈਂ ਸਕੇਲ ਦੇ ਨਾਲ ਭੁਜਾ BC ਨੂੰ ਮਿਲ ਲਵਾਂ ਅਤੇ ਫਿਰ ਇਸ ਦਾ ਮੱਧ ਬਿੰਦੂ ਪਤਾ ਕਰ ਲਵਾਂ। ਪਰ ਇੱਥੇ ਮੈਂ ਅੰਦਾਜ਼ਾ ਹੀ ਲਗਾ ਲੈਂਦਾ ਹਾਂ ਕਿ ਇਸ ਭੁਜਾ ਦਾ ਮੱਧ ਬਿੰਦੂ ਕਿੱਥੇ ਜੇ ਹੋਵੇਗਾ। ਮੈਂ ਇੱਥੇ ਅੰਦਾਜ਼ਾ ਜਿਹਾ ਲਗਾ ਲੈਂਦਾ ਹਾਂ ਕਿ ਇਸ ਭੁਜਾ ਦਾ ਮੱਧ ਬਿੰਦੂ ਇਹ ਬਿੰਦੂ ਹੈ ਅਤੇ ਇਸ ਬਿੰਦੂ ਦਾ ਨਾਂ D ਹੈ। ਇਸ ਬਿੰਦੂ ਦਾ ਨਾਂ D ਹੈ ਅਤੇ ਬਿੰਦੂ D ਇਸ ਭੁਜਾ ਦਾ ਮੱਧ ਬਿੰਦੂ ਹੈ। ਹੁਣ ਅੱਗੇ ਜੇਕਰ ਮੈਂ ਇਸ ਭੁਜਾ ਦੇ ਮੱਧ ਬਿੰਦੂ ਨੂੰ ਇਸ ਦੇ ਸਾਹਮਣੇ ਵਾਲੇ ਸਿਖਰ ਬਿੰਦੂ A ਦੇ ਨਾਲ ਮਿਲਾ ਦੇਵਾਂ ਤਾਂ ਮੈਨੂੰ ਇੱਕ ਰੇਖਾ ਖੰਡ ਪ੍ਰਾਪਤ ਹੋਏਗੀ। ਹੁਣ ਮੈਂ ਇੱਥੇ ਸਿਖਰ A ਨੂੰ ਇਸ ਮੱਧ ਬਿੰਦੂ ਦੇ ਨਾਲ ਮਿਲਾ ਦਿੰਦਾ ਹਾਂ। ਹੁਣ ਇਸ ਨੂੰ ਮਿਲਾਉਣ ਦੇ ਨਾਲ ਮੈਨੂੰ ਇੱਕ ਰੇਖਾ ਖੰਡ ਪ੍ਰਾਪਤ ਹੋਇਆ AD। ਇਸ ਰੇਖਾ ਖੰਡ ਨੂੰ ਇਸ ਤ੍ਰਿਭੁਜ ਦੀ ਮੱਧਿਕਾ ਆਖਿਆ ਜਾਂਦਾ ਹੈ। ਹੁਣ ਇਸ ਨੂੰ ਇਸ ਤ੍ਰਿਭੁਜ ਦੀ ਮੱਧਿਕਾ ਆਖਿਆ ਜਾਂਦਾ ਹੈ। ਮੱਧਿਕਾ ਤੇ ਇੰਗਲਿਸ਼ ਦੇ ਵਿੱਚ ਇਸ ਨੂੰ ਮੀਡੀਅਨ ਆਖਿਆ ਜਾਂਦਾ ਹੈ। ਹੁਣ ਇਸ ਤਰ੍ਹਾਂ ਅਸੀਂ ਇੱਕ ਭੁਜਾ ਦੇ ਮੱਧ ਬਿੰਦੂ ਨੂੰ ਉਸ ਦੇ ਸਾਹਮਣੇ ਵਾਲੇ ਸਿਖਰ ਬਿੰਦੂ ਨਾਲ ਮਿਲਾ ਕੇ ਇੱਕ ਤ੍ਰਿਭੁਜ ਦੀ ਮੱਧਿਕਾ ਪ੍ਰਾਪਤ ਕਰ ਸਕਦੇ ਹਾਂ। ਹੁਣ ਸਾਨੂੰ ਇੱਥੇ ਇਹ ਪਤਾ ਲੱਗ ਗਿਆ ਕਿ AD ਇਸ ਤ੍ਰਿਭੁਜ ਦੀ ਮੱਧਿਕਾ ਹੈ। ਪਰ ਨਾਲ ਹੀ ਸਾਡੇ ਮਨ ਦੇ ਵਿੱਚ ਕਈ ਸਵਾਲ ਉੱਠਦੇ ਹਨ। ਜਿਵੇਂ ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਉੱਠ ਰਿਹਾ ਹੈ ਕਿ ਕੀ ਮੱਧਿਕਾ ਤ੍ਰਿਭੁਜ ਦੇ ਬਾਹਰਲੇ ਪਾਸੇ ਹੋ ਸਕਦੀ ਹੈ? ਕੀ ਕੋਈ ਇਸ ਤਰ੍ਹਾਂ ਦੀ ਮੱਧਿਕਾ ਹੋ ਸਕਦੀ ਹੈ ਜੋ ਕਿ ਇਸ ਪਾਸੇ ਵੱਲ ਹੋਵੇ ਜਾਂ ਕੋਈ ਇਸ ਪਾਸੇ ਵੱਲ ਹੋਵੇ? ਕੀ ਇਸ ਤਰ੍ਹਾਂ ਦੀ ਮੱਧਿਕਾ ਸੰਭਵ ਹੈ ਜੋ ਤ੍ਰਿਭੁਜ ਤੋਂ ਬਾਹਰ ਵਾਲੇ ਪਾਸੇ ਹੋਵੇ? ਤਾਂ ਇਸ ਪ੍ਰਸ਼ਨ ਦਾ ਜਵਾਬ ਹੈ ਨਹੀਂ। ਇਸ ਤਰ੍ਹਾਂ ਦੀ ਕੋਈ ਮੱਧਿਕਾ ਨਹੀਂ ਹੋ ਸਕਦੀ ਜੋ ਤ੍ਰਿਭੁਜ ਤੋਂ ਬਾਹਰ ਹੋਵੇ, ਕਿਉਂਕਿ ਮੱਧਿਕਾ ਕਿਸੇ ਤ੍ਰਿਭੁਜ ਦੇ ਸਿਖਰ ਬਿੰਦੂ ਨੂੰ ਉਸ ਦੇ ਸਾਹਮਣੇ ਵਾਲੀ ਭੁਜਾ ਦੇ ਮੱਧ ਬਿੰਦੂ ਨਾਲ ਮਿਲਾਉਣ ਤੇ ਬਣਦੀ ਹੈ। ਹੁਣ ਕਿਸੇ ਵੀ ਭੁਜਾ ਦਾ ਮੱਧ ਬਿੰਦੂ ਉਸ ਤ੍ਰਿਭੁਜ ਦੇ ਅੰਦਰਲੇ ਪਾਸੇ ਹੀ ਹੁੰਦਾ ਹੈ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਵੀ ਤ੍ਰਿਭੁਜ ਦੀ ਮੱਧਿਕਾ ਉਸ ਦੇ ਬਾਹਰਲੇ ਪਾਸੇ ਨਹੀਂ ਹੋ ਸਕਦੀ। ਹੁਣ ਅੱਗੇ ਮੱਧਿਕਾ ਦੀ ਇੱਕ ਵਿਸ਼ੇਸ਼ਤਾ ਦੇਖ ਲੈਂਦੇ ਹਾਂ। ਹੁਣ ਇੱਥੇ ਮੱਧਿਕਾ AD ਤ੍ਰਿਭੁਜ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ। ਹੁਣ ਇੱਕ ਹਿੱਸਾ ਸਾਡੇ ਕੋਲ ਇਹ ਹੈ। ਹੁਣ ਇਹ ਖੇਤਰਫਲ ਹੈ ਜਿਹੜਾ ਕਿ ਮੱਧਿਕਾ ਦੇ ਇੱਕ ਪਾਸੇ ਹੈ ਅਤੇ ਦੂਜੇ ਪਾਸੇ ਇਹ ਵਾਲਾ ਖੇਤਰ ਹੈ। ਹੁਣ ਜੇ ਦੋਨੇ ਹੀ ਖੇਤਰਫਲ ਹਨ ਇਹ ਬਰਾਬਰ ਹਨ ਤਾਂ ਇੱਥੋਂ ਸਾਨੂੰ ਇੱਕ ਵਿਸ਼ੇਸ਼ਤਾ ਪਤਾ ਲੱਗ ਗਈ ਕਿ ਮੱਧਿਕਾ ਇੱਕ ਤ੍ਰਿਭੁਜ ਨੂੰ ਦੋ ਬਰਾਬਰ ਖੇਤਰਫਲ ਵਾਲੇ ਤ੍ਰਿਭੁਜਾਂ ਦੇ ਵਿੱਚ ਵੰਡ ਦਿੰਦੀ ਹੈ। ਹੁਣ ਅਗਲਾ ਸਵਾਲ ਇਹ ਹੈ ਕਿ ਇੱਕ ਤ੍ਰਿਭੁਜ ਦੀਆਂ ਕਿੰਨੀਆਂ ਮੱਧਿਕਾਵਾਂ ਹੋ ਸਕਦੀਆਂ ਹਨ। ਹੁਣ ਅਸੀਂ ਇੱਥੇ ਦੇਖਿਆ ਕਿ ਤ੍ਰਿਭੁਜ ਦੇ ਇੱਕ ਸਿਖਰ ਬਿੰਦੂ ਨੂੰ ਉਸ ਦੇ ਸਾਹਮਣੇ ਵਾਲੀ ਭੁਜਾ ਦੇ ਮੱਧ ਬਿੰਦੂ ਨਾਲ ਮਿਲਾਉਣ ਤੇ ਮੱਧਿਕਾ ਪ੍ਰਾਪਤ ਹੁੰਦੀ ਹੈ। ਅੱਗੇ ਸਾਨੂੰ ਪਤਾ ਹੀ ਹੈ ਕਿ ਹਰੇਕ ਤ੍ਰਿਭੁਜ ਦੀਆਂ ਤਿੰਨ ਭੁਜਾਵਾਂ ਹੁੰਦੀਆਂ ਹਨ ਅਤੇ ਤਿੰਨ ਸਿਖਰ ਹੁੰਦੇ ਹਨ। ਤਾਂ ਇਸ ਤੋਂ ਭਾਵ ਇਹ ਹੋਇਆ ਕਿ ਇੱਕ ਤ੍ਰਿਭੁਜ ਦੀਆਂ ਤਿੰਨ ਮੱਧਿਕਾਵਾਂ ਹੁੰਦੀਆਂ ਹਨ। ਹੁਣ ਇੱਥੇ ਇਸ ਤ੍ਰਿਭੁਜ ਦੀ ਦੂਜੀ ਮੱਧਿਕਾ ਪ੍ਰਾਪਤ ਕਰਨ ਦੇ ਲਈ ਅਸੀਂ ਇਸ ਦੇ ਦੂਜੇ ਸਿਖਰ ਬਿੰਦੂ B ਨੂੰ ਉਸ ਦੇ ਸਾਹਮਣੇ ਵਾਲੀ ਭੁਜਾ AC ਦੇ ਮੱਧ ਬਿੰਦੂ ਨਾਲ ਮਿਲਾ ਦੇਵਾਂਗੇ। ਹੁਣ ਇੱਥੇ ਮੈਂ ਭੁਜਾ AC ਦੇ ਮੱਧ ਬਿੰਦੂ ਦਾ ਅੰਦਾਜ਼ਾ ਲਗਾਉਂਦਾ ਹਾਂ। ਹੁਣ ਮੈਂ ਇੱਥੇ AC ਦੇ ਮੱਧ ਬਿੰਦੂ ਦਾ ਅੰਦਾਜ਼ਾ ਲਗਾਇਆ ਕਿ ਬਿੰਦੂ E ਭੁਜਾ AC ਦਾ ਮੱਧ ਬਿੰਦੂ ਹੈ। ਇਹ ਭੁਜਾ AC ਦਾ ਮੱਧ ਬਿੰਦੂ ਹੈ। ਹੁਣ ਮੈਂ ਇੱਥੇ ਸਿਖਰ ਬਿੰਦੂ B ਨੂੰ ਇਸ ਭੁਜਾ ਦੇ ਮੱਧ ਬਿੰਦੂ E ਦੇ ਨਾਲ ਮਿਲਾ ਦਿੰਦਾ ਹਾਂ ਤੇ ਇਸ ਤਰ੍ਹਾਂ ਮੇਰੇ ਕੋਲ ਦੂਜੀ ਮੱਧਿਕਾ ਪ੍ਰਾਪਤ ਹੋ ਗਈ ਹੈ। ਹੁਣ ਇਸੇ ਤਰ੍ਹਾਂ ਹੀ ਤੀਜੇ ਸਿਖਰ ਬਿੰਦੂ C ਨੂੰ ਮੈਂ ਭੁਜਾ AB ਦੇ ਮੱਧ ਬਿੰਦੂ ਨਾਲ ਮਿਲਾ ਦੇਵਾਂਗਾ ਅਤੇ ਮੈਨੂੰ ਤੀਜੀ ਮੱਧਿਕਾ ਪ੍ਰਾਪਤ ਹੋ ਜਾਵੇਗੀ। ਹੁਣ ਮੈਂ ਅੰਦਾਜ਼ੇ ਨਾਲ ਪ੍ਰਾਪਤ ਕਰ ਲੈਂਦਾ ਹਾਂ ਕਿ ਭੁਜਾ AB ਦਾ ਮੱਧ ਬਿੰਦੂ F ਹੈ। ਹੁਣ ਬਿੰਦੂ F ਭੁਜਾ AB ਦਾ ਮੱਧ ਬਿੰਦੂ ਹੈ। ਤਾਂ ਹੁਣ ਇੱਥੇ ਤੀਜੀ ਮੱਧਿਕਾ ਪ੍ਰਾਪਤ ਕਰਨ ਦੇ ਲਈ ਮੈਂ ਸਿਖਰ ਬਿੰਦੂ B ਨੂੰ ਇਸ ਮੱਧ ਬਿੰਦੂ F ਨਾਲ ਮਿਲਾ ਦਿੰਦਾ ਹਾਂ
ਤਾਂ ਇਸ ਤਰ੍ਹਾਂ ਮੇਰੇ ਕੋਲ ਤੀਜੀ ਮੱਧਿਕਾ ਪ੍ਰਾਪਤ ਹੋ ਗਈ। ਹੁਣ ਤੁਹਾਨੂੰ ਇੱਥੇ ਦੇਖ ਕੇ ਬੜੀ ਹੈਰਾਨੀ ਹੁੰਦੀ ਹੋਵੇਗੀ ਕਿ ਤਿੰਨੋਂ ਹੀ ਮੱਧਿਕਾਵਾਂ ਇੱਕ ਹੀ ਬਿੰਦੂ ਵਿੱਚੋਂ ਹੋ ਕੇ ਲੰਘ ਰਹੀਆਂ ਹਨ। ਹੁਣ ਇਹ ਕੋਈ ਇਤਫਾਕ ਨਹੀਂ ਹੈ, ਤੁਸੀਂ ਆਪ ਟਰਾਈ ਕਰ ਸਕਦੇ ਹੋ। ਤੁਸੀਂ ਕਿਸੇ ਵੀ ਤਰ੍ਹਾਂ ਦੀ ਤ੍ਰਿਭੁਜ ਬਣਾ ਕੇ ਉਸ ਦੀਆਂ ਮੱਧਿਕਾਵਾਂ ਖਿੱਚੋਗੇ ਤਾਂ ਉਹ ਹਮੇਸ਼ਾ ਹੀ ਇੱਕ ਹੀ ਬਿੰਦੂ ਵਿੱਚੋਂ ਹੋ ਕੇ ਲੰਘਣਗੀਆਂ। ਹੁਣ ਇਸ ਬਿੰਦੂ ਨੂੰ ਅਸੀਂ ਆਖਦੇ ਹਾਂ ਕੇਂਦਰਕ। ਹੁਣ ਇਸ ਬਿੰਦੂ ਦਾ ਨਾਂ ਹੈ ਕੇਂਦਰਕ, ਜਿਸ ਨੂੰ ਕਿ ਸੈਂਟਰੋਇਡ ਕਿਹਾ ਜਾਂਦਾ ਹੈ। ਤਾਂ ਇਸ ਬਿੰਦੂ ਦਾ ਨਾਂ ਹੈ ਸੈਂਟਰੋਇਡ। ਤਾਂ ਇੱਥੋਂ ਇਹ ਭਾਵ ਹੋਇਆ ਕਿ ਕੇਂਦਰਕ ਉਹ ਬਿੰਦੂ ਹੈ ਜਿੱਥੇ ਤਿੰਨੋਂ ਹੀ ਮੱਧਿਕਾਵਾਂ ਆਪਸ ਦੇ ਵਿੱਚ ਘਟਦੀਆਂ ਹਨ।